ਜੀ MBBS ਦੀ ਪੜ੍ਹਾਈ ਕਰਨ ਗਿਆ ਸੀ। ਮੈਂ ਕੀਵ ਦੇ ਵਿੱਚ ਸੀਗਾ ਯੂਕਰੇਨ ਦੀ ਜਿਹੜੀ ਕਿ ਰਾਜਧਾਨੀ ਹੈ, ਉੱਥੇ ਮੈਂ ਪੜ੍ਹ ਰਿਹਾ ਸੀ ਫਸਟ ਈਅਰ ਦੇ ਵਿੱਚ। ਉੱਥੇ ਮੈਂ ਸਟੂਡੈਂਟ ਸੀ ਜੀ। ਹਾਂਜੀ, ਤੇ ਮੈਂ ਇੱਕ ਸਰਕਾਰ ਦਾ, ਮੋਦੀ ਜੀ ਦਾ, ਰਾਜਨਾਥ ਸਿੰਘ ਜੀ ਦਾ, BJP RSS ਦਾ, ਸਭ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦਾ। ਦੇਖੋ ਜੀ, ਜੰਗ ਦਾ ਮਾਹੌਲ ਸੀ ਪੂਰਾ ਇੱਕ ਤਰ੍ਹਾਂ ਦਾ, ਬਹੁਤ ਖਤਰਨਾਕ, ਬਹੁਤ ਬੱਚਿਆਂ ਦੇ ਮਾਈਂਡ 'ਚ ਟੈਨਸ਼ਨ ਸੀ ਕਿ ਅਸੀਂ ਇੱਥੋਂ ਦੀ ਕਿੱਦਾਂ ਨਿਕਲ ਪਾਵਾਂਗੇ। ਬਹੁਤ ਮੁਸ਼ਕਿਲ ਸਮਾਂ ਸੀਗਾ ਉਹ, 5-6 ਤੋਂ 7 ਦਿਨ ਜਿਹੜੇ ਸੀ ਬਹੁਤ ਮੁਸ਼ਕਿਲ ਕੱਟੇ ਹੈ। ਬੰਕਰ ਦੇ ਵਿੱਚ ਰਹਿ ਕੇ ਅਸੀਂ ਉਹ ਦਿਨ ਕੱਟੇ ਹੈ। ਜਿੱਦਾਂ ਹੀ ਵਾਰ ਸਾਇਰਨ ਵੱਜਦਾ ਸੀ ਸਾਨੂੰ ਬੰਕਰ 'ਚ ਜਾਣਾ ਪੈਂਦਾ ਸੀ, ਤੇ ਖਾਣਾ ਵਾਣਾ ਅਸੀਂ ਜਿਹੜਾ ਸੀ ਦਿਨ ਦਾ ਇੱਕ ਟਾਈਮ ਕਰਤਾ ਸੀ, ਕਿਉਂਕਿ ਜਿੱਦਾਂ ਕਿ ਵਾਰ ਦੀ ਸਿਚੁਏਸ਼ਨ ਹੈ, ਸਾਰੀ ਚੀਜ਼ਾਂ ਬੰਦ ਹੋ ਜਾਂਦੀਆਂ, ਸਾਰੇ ਸਟੋਰਸ ਬੰਦ ਹੋ ਜਾਂਦੇ ਆ। ਦਿਨ ਦੇ ਵਿੱਚ ਇੱਕ ਵਾਰ ਖਾਂਦੇ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਬੰਕਰ ਦੇ ਵਿੱਚ ਚਲੇ ਜਾਂਦੇ ਸੀ। ਜਿੱਦਾਂ ਹੀ ਸ਼ਾਮ ਹੁੰਦੀ ਸੀ ਅਸੀਂ ਬੰਕਰ ਦੇ ਵਿੱਚ ਸਾਰੇ ਸਟੂਡੈਂਟਸ ਬੰਕਰ ਦੇ ਵਿੱਚ ਗੁਜ਼ਾਰਦੇ ਸੀ। ਤੁਹਾਡੇ ਕਿੰਨੇ ਕੁ ਸਟੂਡੈਂਟ ਸੀ ਉੱਥੇ ਮੌਕੇ? ਸਾਡੇ ਨਾਲ ਮੇਰੀ ਯੂਨੀਵਰਸਿਟੀ ਦੇ ਵਿੱਚ 60 ਤੋਂ 70 ਇੰਡੀਅਨ ਸਟੂਡੈਂਟ ਸੀਗੇ, ਤੇ ਮਤਲਬ ਓਵਰਆਲ ਦੂਸਰੀ ਯੂਨੀਵਰਸਿਟੀਜ਼ ਦੇ ਵੀ ਆ ਗਏ ਸੀ, ਕਿਉਂਕਿ ਉਹ 에ਅਰਪੋਰਟ ਪਹੁੰਚੇ ਸੀ ਤੇ ਉਸੇ ਦਿਨ 에ਅਰਪੋਰਟ ਤੇ ਹਮਲੇ ਹੋ ਗਏ ਸੀ। ਫਿਰ ਇਸ ਕਰਕੇ ਉਹ ਗਿਣਤੀ ਜਿਹੜੀ ਆ, ਉਹ ਕਾਊਂਟ ਜਿਹੜਾ ਹੈ ਉਹ 70-80 ਤੋਂ ਵੱਧ ਕੇ ਟੋਟਲ 200 ਦੇ ਆਸ-ਪਾਸ ਹੋ ਗਿਆ ਸੀ। ਜਿਹੜਾ ਕਿ ਇੱਕ ਬੰਕਰ ਦੇ ਵਿੱਚ 200 ਇੰਡੀਅਨਸ ਜਿਹੜੇ ਸਾਡੇ ਸੀਗੇ ਉਸ ਟਾਈਮ ਤੇ, ਸਾਡੀ ਹੋਸਟਲ ਦੇ ਨੀਚੇ ਬੰਕਰ ਦੇ ਵਿੱਚ 200 ਇੰਡੀਅਨ ਸਟੂਡੈਂਟਸ ਸੀਗੇ, ਜਿਹੜੇ ਕਿ ਹੁਣ ਨਿਕਲ ਕੇ ਆਲਮੋਸਟ ਸਾਰੇ ਵਾਪਸ ਆ ਚੁੱਕੇ ਨੇ। ਜਿਹੜਾ ਗੋਲਾਬਾਰੀ ਹੋ ਰਹੀ ਸੀ ਮੌਕੇ, ਤੁਸੀਂ ਆਪ ਸਾਰੇ ਲਾਈਵ ਦੇਖਿਆ ਇਸ ਮੌਕੇ ਤੇ? ਦੇਖੋ ਸਰ, ਮੈਂ ਗੋਲਾਬਾਰੀ ਦੇਖੀ ਨਹੀਂ ਹੈ, ਬਟ ਉਹ ਧਮਾਕਿਆਂ ਦੀ ਆਵਾਜ਼ ਅਸੀਂ ਜਿਹੜੀ ਹੈ ਸਾਨੂੰ ਸੁਣਾਈ ਦਿੱਤੀ ਗਈ ਹੈ। ਫਾਇਰਿੰਗ ਦੀ ਆਵਾਜ਼ ਸਾਨੂੰ ਜਿਹੜੀ ਹੈ ਉਹ ਸੁਣਾਈ ਦਿੱਤੀ ਗਈ ਹੈ। ਮਤਲਬ ਸਾਡੇ ਤੋਂ 5-6 ਕਿਲੋਮੀਟਰ ਦੂਰ ਜਦ ਵੀ ਕਦੇ ਵੀ ਬੰਬ ਬਲਾਸਟ ਹੁੰਦਾ ਸੀ, ਸਾਡੇ ਹੋਸਟਲ ਤੱਕ ਗੂੰਜ ਜਿਹੜੀ ਹੈ ਉਹ ਧਮਾਕੇ ਦੀ ਸੁਣਾਈ ਦਿੱਤੀ ਜਾਂਦੀ ਸੀ। ਦਹਿਸ਼ਤ ਦਾ ਮਾਹੌਲ ਦਹਿਸ਼ਤ ਦਾ ਮਾਹੌਲ ਸੀ। ਕਿਸੇ ਵੀ ਸਮੇਂ ਤੇ ਇਹ ਕਿਹਾ ਗਿਆ ਸੀ ਕਿਸੇ ਵੀ ਸਮੇਂ ਜਿਹੜਾ ਕੀ ਹੈ ਧਮਾਕਾ ਹੋ ਸਕਦਾ ਹੈ। ਇੱਕ ਸਾਨੂੰ ਇਹ ਵੀ ਟੈਨਸ਼ਨ ਸੀ ਕਿ ਜਿੱਦਾਂ ਕਿ ਸਾਡੇ ਹੋਸਟਲ ਦੇ ਸਾਹਮਣੇ ਹੀ ਆਰਮੀ ਦਾ ਇੱਕ ਬੇਸ ਸੀ, ਤੇ ਸਾਨੂੰ ਇਹ ਵੀ ਪਰੇਸ਼ਾਨੀ ਸੀ ਕਿ ਇੱਥੇ ਹੀ ਕਿਤੇ ਬਲਾਸਟ ਨਾ ਹੋ ਜਾਏ, ਕਿਉਂਕਿ ਹੁਣ ਜਦ ਧਮਾਕਾ ਹੁੰਦਾ ਉਹ ਪਤਾ ਨਹੀਂ ਚੱਲਦਾ ਕਿਸ ਟਾਈਮ ਕਿਹੜੀ ਜਗ੍ਹਾ ਤੇ ਹੋ ਜਾਣਾ। ਇਸ ਕਰਕੇ ਸਾਨੂੰ ਬਹੁਤ ਸਟ੍ਰਿਕਟਲੀ ਕਿਹਾ ਗਿਆ ਸੀ ਕਿ ਜਿੱਦੇ ਹੀ ਵਾਰ ਸਾਇਰਨ ਵੱਜੇ, ਤੁਸੀਂ ਜੋ ਕੁਝ ਵੀ ਕਰਦੇ ਹੋ ਉਸੇ ਟਾਈਮ ਛੱਡ ਕੇ ਤੁਰੰਤ ਨੀਚੇ ਭੱਜਣਾ ਹੈ। ਤੁਸੀਂ 6ਵੇਂ ਫਲੋਰ ਤੇ ਹੋ, ਤੁਸੀਂ 7ਵੇਂ ਫਲੋਰ ਤੇ ਹੋ, ਛੱਡ ਕੇ ਵਾਇਆ ਸਟੇਅਰਸ ਨੀਚੇ ਭੱਜ ਕੇ ਬੰਕਰਾਂ ਦੇ ਵਿੱਚ ਜੀ। ਤੇ ਇੰਡੀਅਨ ਗਵਰਨਮੈਂਟ ਵੱਲੋਂ ਕਿਸ ਤਰ੍ਹਾਂ ਦੇ ਤੁਹਾਨੂੰ ਉਧਰੋਂ ਜਿਹੜਾ ਬਚਾਇਆ ਗਿਆ ਔਰ ਕਿਸ ਤਰ੍ਹਾਂ ਦੀ ਉਧਰੋਂ ਮਦਦ ਕੀਤੀ ਗਈ? ਦੇਖੋ, ਇੰਡੀਅਨ ਗਵਰਨਮੈਂਟ ਨੇ ਬਾਰਡਰ ਤੋਂ ਪਹਿਲਾਂ ਜਿਹੜਾ ਕਿ ਉਹ ਕੁਝ ਨਹੀਂ ਕਰ ਪਾ ਰਹੀ ਸੀ, ਅਸਹਾਇ ਸੀ, ਕਿਉਂਕਿ ਉਹ ਆਪਣਾ ਪੂਰਾ ਦੇਣਾ ਚਾਹ ਰਹੀ ਸੀ। ਬਟ ਉੱਥੇ ਦੇ ਜਿਹੜੇ ਨਾਗਰਿਕ ਨੇ, ਉੱਥੇ ਦੇ ਜਿਹੜੇ ਪੋਲੀਟੀਸ਼ੀਅਨਸ ਨੇ, ਉਹ ਚਾਹੁੰਦੇ ਸੀ ਕਿ ਪਹਿਲਾਂ ਉਹ ਆਪਣੇ ਨਾਗਰਿਕਾਂ ਨੂੰ ਸੇਵ ਕਰਨ, ਬਾਅਦ ਦੇ ਵਿੱਚ ਫੋਰਨਰ ਸੇਫ ਹੋਣਗੇ, ਪਹਿਲਾਂ ਉਹਨਾਂ ਦੇ ਆਪਣੇ ਨਾਗਰਿਕ ਸੇਫ ਹੋਣ। ਇਸ ਲਈ ਸਾਨੂੰ ਟ੍ਰੇਨਸ ਦੇ ਵਿੱਚ ਵੀ ਅਲਾਉਡ ਨਹੀਂ ਕੀਤਾ ਜਾ ਰਿਹਾ ਸੀ ਬੈਠਣਾ, ਕਿਉਂਕਿ ਉਹ ਆਪਣੇ ਕੰਟਰੀ ਦੇ ਹੀ ਲੋਕਾਂ ਨੂੰ ਪਹਿਲਾਂ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ। ਤੁਸੀਂ ਕਦ ਪਹੁੰਚੇ ਹੋ ਔਰ ਇੰਡੀਅਨ ਗਵਰਨਮੈਂਟ ਦਾ ਕਿਸ ਤਰ੍ਹਾਂ ਧੰਨਵਾਦ ਕਰਨਾ ਚਾਹੁੰਦੇ? ਮੈਂ ਜੀ ਪਹੁੰਚਿਆ ਇੱਥੇ 3 ਤਰੀਕ ਨੂੰ, ਕੱਲ ਪਹੁੰਚਿਆ ਮੈਂ 7:30 ਵਜੇ ਮੈਂ ਇੱਥੇ ਘਰ ਪਹੁੰਚ ਗਿਆ। ਮੈਂ ਇੰਡੀਅਨ ਗਵਰਨਮੈਂਟ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ। ਇਹ ਸਿਰਫ ਪਹਿਲੇ ਪ੍ਰਧਾਨ ਮੰਤਰੀ ਸਾਡੇ ਮੋਦੀ ਜੀ ਹੋਏ ਨੇ, ਜਿਹੜੇ ਕਿ ਆਪਣੇ ਬੱਚਿਆਂ ਨੂੰ ਉੱਥੋਂ ਦੀ ਕੱਢ ਕੇ ਲੈ ਕੇ ਆਪਣੇ ਘਰ ਉਹਨਾਂ ਦੇ ਘਰਾਂ ਤੱਕ ਸੇਫਲੀ ਉਹਨਾਂ ਨੇ ਪਹੁੰਚਾਇਆ। ਮਾਂ-ਬਾਪ ਦਾ ਜਿਹੜਾ ਪਿੱਛੇ ਚਿੰਤਾ ਬਣੀ ਸੀਗੀ, ਕਿਸ ਤਰ੍ਹਾਂ ਤੁਸੀਂ ਉਸ ਕਿਸ ਤਰ੍ਹਾਂ ਨਜ਼ਰੀਏ ਦੇਖਦੇ ਹੋ? ਮੈਂ ਜੀ ਉਸ ਟਾਈਮ ਤੇ ਘਰਦਿਆਂ ਨੂੰ ਬਹੁਤ ਟੈਨਸ਼ਨ ਹੋ ਰੱਖੀ ਸੀਗੀ ਕਿ ਕਦ ਉਹਨਾਂ ਦਾ ਮਤਲਬ ਬੱਚੇ ਉਹਨਾਂ ਦੇ ਘਰ ਵਾਪਸ ਆਣਗੇ। ਕਈ ਵਾਰ ਫੋਨ ਦੇ ਉੱਤੇ, ਹਾਂਜੀ, ਫੋਨ ਦੇ ਉੱਤੇ ਗੱਲਬਾਤ ਹੁੰਦੀ ਸੀ। ਕਈ ਵਾਰ ਇਦਾਂ ਹੁੰਦਾ ਸੀ ਕਿ ਗੱਲਬਾਤ ਕਰਦੇ ਸਮੇਂ ਹੀ ਸਾਇਰਨ ਵੱਜਦਾ ਸੀ, ਸਾਨੂੰ ਉੱਥੋਂ ਦੀ ਭੱਜਣਾ ਪੈਂਦਾ ਸੀ ਫੋਨ ਕੱਟ ਕੇ, ਕਿਉਂਕਿ ਬੰਕਰ ਦੇ ਵਿੱਚ ਜਿਹੜਾ ਕਿ ਗੱਲਬਾਤ ਨਹੀਂ ਹੁੰਦੀ, ਨੈਟਵਰਕ ਨਹੀਂ ਆਉਂਦਾ ਬੰਕਰ ਦੇ ਵਿੱਚ। ਇਸ ਲਈ ਸਾਨੂੰ ਉੱਥੋਂ ਦੀ ਨਿਕਲ ਕੇ ਆਪਣੇ ਬੰਕਰ ਦੇ ਵਿੱਚ ਆਣਾ ਪੈਂਦਾ ਸੀ, ਕਮਰਿਆਂ ਚੋਂ ਨਿਕਲ ਕੇ ਬੰਕਰ ਦੇ ਵਿੱਚ ਆਣਾ ਪੈਂਦਾ। ਸ਼ੁਭਮ ਜੀ, ਇੱਕ ਸਵਾਲ ਹੈਗਾ। ਹਾਂਜੀ, ਕਹਿੰਦੇ ਕਿ ਭਾਰਤੀ ਮੁੰਡਿਆਂ ਨੇ ਜਿਹੜੀ ਭਾਰਤ ਦੇ ਕੁੜੀਆਂ ਸੀਗੀਆਂ ਉਹਨਾਂ ਦਾ ਕਾਫੀ ਸਾਥ ਦਿੱਤਾ, ਕਿਉਂਕਿ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਜਾ ਰਹੀ ਸੀ, ਉਹਨਾਂ ਦੇ ਨਾਲ ਗਲਤ ਹਰਕਤਾਂ ਕੀਤੀਆਂ ਜਾ ਰਹੀਆਂ ਸੀਗੀਆਂ ਜਦੋਂ ਰੋਕਿਆ ਗਿਆ। ਇਹ ਜਿਹਾ ਕੁਝ ਨਹੀਂ ਹੈ, ਇਹ ਜਿਹਾ ਕੁਝ ਵੀ ਨਹੀਂ ਹੈ ਕਿ ਉੱਥੇ ਲੜਕੀਆਂ ਨਾਲ ਨਹੀਂ, ਉਹ ਕਹਿੰਦੇ ਭਾਰਤੀ ਮੁੰਡਿਆਂ ਨੇ ਸਾਡਾ ਸਾਥ ਦਿੱਤਾ, ਜੇ ਨਾ ਹੁੰਦੇ ਤਾਂ ਜਿਹੜੇ ਦੂਸਰੀ ਕੰਟਰੀਆਂ ਦੇ ਮੁੰਡੇ ਸੀ ਉਹ ਛੇੜਖਾਨੀ ਕਰ ਰਹੇ ਸੀ। ਹੋ ਸਕਦਾ ਹੈ ਕਿਤੇ ਹੋ ਰਿਹਾ ਹੋਵੇ, ਪਰ ਮੇਰੇ ਸਾਹਮਣੇ ਜੀ ਇਹੋ ਜਿਹਾ ਕੁਝ ਨਹੀਂ ਹੋਇਆ। ਸਾਡੇ ਆਪਣੇ ਸਟੂਡੈਂਟ ਸਾਡੇ ਸਾਰੇ ਸੇਫ ਸੀ, ਮੁੰਡੇ ਸਾਰੇ ਨਾਲ ਸੀ। ਅਸੀਂ ਸਾਡੇ ਗਰੁੱਪ ਦੇ ਵਿੱਚ ਕੁੜੀਆਂ ਵੀ ਸੀ,
ਪਰ ਇਹ ਜਿਹਾ ਸਾਨੂੰ ਕੁਝ ਵੀ ਦੇਖਣ ਨੂੰ ਨਹੀਂ ਮਿਲਿਆ, ਕਿਉਂਕਿ ਆਪਾਂ ਸਟੇਸ਼ਨ ਤੇ ਵੀ ਆਏ ਆ, ਅਸੀਂ ਰਸਤੇ 'ਚ ਤਿਰੰਗਾ ਲਾ ਕੇ ਵੀ ਆਏ ਆ, ਤੇ ਇਹ ਜਿਹਾ ਸਾਨੂੰ ਕੁਝ ਦੇਖਣ ਨੂੰ ਨਹੀਂ ਮਿਲਿਆ। ਤਿਰੰਗਾ ਦੀ ਗੱਲ ਕੀਤੀ ਤੁਸੀਂ, ਤਿਰੰਗੇ ਦੇ ਜਿਸ ਹਿਸਾਬ ਨਾਲ ਉੱਥੇ ਮਾਹੌਲ ਸੀਗਾ, ਹਾਂਜੀ ਕੀ ਕਹਿੰਦੇ ਇੰਡੀਅਨ ਜਿਹੜਾ ਤਿਰੰਗਾ ਦੇਖ ਕੇ ਕੋਈ ਮਤਲਬ ਤੁਹਾਨੂੰ ਦੇਖੋ ਕਾਫੀ ਜੀ, ਸੇਫਟੀ ਮਿਲੀ ਹੈ? ਦੇਖੋ ਜੀ, ਉੱਥੇ ਮਾਰਸ਼ਲ ਲਾਅ ਲੱਗਾ ਹੋਇਆ ਸੀ। ਉੱਥੇ ਅਗਰ ਯੂਕਰੇਨੀਅਨ ਆਰਮੀ ਅਗਰ ਕਿਸੇ ਨੂੰ ਵੀ ਸਟ੍ਰੇਂਜਰ ਪਾਉਂਦੀ ਹੈ, ਉਹਦੇ ਕੋਲ ਜਾ ਕੇ ਉਹਦਾ ਪਤਾ ਨਹੀਂ ਪੁੱਛੂਗੀ ਕਿ ਜੀ ਤੁਸੀਂ ਕਿੱਥੋਂ ਨਹੀਂ ਹੋ। ਉਹਨਾਂ ਨੂੰ ਫੁੱਲ ਆਰਡਰ ਸੀ ਸ਼ੂਟ ਐਟ ਸਾਈਡ ਦਾ, ਤੇ ਇਦਾਂ ਹੋਇਆ ਵੀ ਹੈ। ਜਿੱਥੇ ਉਹਨਾਂ ਨੇ ਸਟ੍ਰੇਂਜਰ ਦੇਖਿਆ ਉਹਨਾਂ ਨੇ ਗੋਲੀ ਚਲਾਈ ਹੈ, ਤੇ ਜਿਹੜਾ ਕਿ ਝੰਡੇ ਦੀ ਵੈਲਿਊ ਹੈ ਉਹ ਸਾਨੂੰ ਦੇਖਣ ਨੂੰ ਮਿਲੀ ਹੈ। ਉੱਥੇ ਝੰਡਾ ਅਸੀਂ ਆਪਣੇ ਕੋਲ ਰੱਖਿਆ ਹੋਇਆ ਸੀ, ਜਿਹਦੇ ਕਾਰਨ ਆਰਮੀ ਨੂੰ ਪਤਾ ਸੀ ਕਿ ਹਾਂਜੀ ਇਹ ਇੰਡੀਅਨਸ ਹੈ, ਇਹਨਾਂ ਨੂੰ ਜਾਣ ਦਿਓ, ਤਾਂ ਇਸ ਲਈ ਅਸੀਂ ਉੱਥੋਂ ਦੀ ਨਿਕਲ ਪਾਏ ਹਾਂ। ਸਾਨੂੰ ਬਹੁਤ ਖੁਸ਼ੀ ਹੋਈ ਹੈ, ਚਲੋ ਬੱਚਾ ਸਹੀ ਸਲਾਮਤ ਘਰ ਆਇਆ। ਪਹਿਲਾਂ ਤਾਂ ਬਹੁਤ ਟੈਨਸ਼ਨ 'ਚ ਸੀ, ਚਲੋ ਬੱਚਾ ਠੀਕ ਠਾਕ ਘਰ ਪਹੁੰਚੇ, ਸਾਰਿਆਂ ਦੇ ਬੱਚੇ ਪਹੁੰਚਣ, ਮੈਂ ਤਾਂ ਇਹੀ ਦੁਆ ਮੰਗਦੀ ਹਾਂ ਰੱਬ। ਬਾਹਰ ਜਿਹੜੇ ਵੀਡੀਓ ਵਾਇਰਲ ਹੁੰਦੀ ਸੀ ਤੁਸੀਂ ਦੇਖਦੇ ਸੀ ਕਿ ਗੋਲਾਬਾਰੀ ਬੰਬਾਰੀ ਹੁੰਦੀ ਹੈ, ਤੁਹਾਡੀ ਬੇਟੇ ਨਾਲ ਗੱਲਬਾਤ ਹੁੰਦੀ ਸੀਗੀ? ਹਾਂਜੀ ਉਸ ਵੇਲੇ ਅਸੀਂ ਫੋਨ ਕਰਦੇ ਸੀ ਵੀ ਬੱਚਾ ਠੀਕ ਹੈ ਬੇਟਾ, ਕਹਿੰਦੇ ਹਾਂਜੀ ਮੰਮਾ ਮੈਂ ਠੀਕ ਹਾਂ, ਇਹ ਸੇਫ ਹੈ ਥੋੜ੍ਹਾ ਜਿਹਾ ਏਰੀਆ। ਫਿਰ ਵੀ ਡਰ ਲੱਗਦਾ ਹੈ ਜਦੋਂ ਬੰਬ ਵਗੈਰਾ ਫੁੱਟਦੇ ਹੈ ਤੇ ਆਵਾਜ਼ ਬਹੁਤ ਧਮਾਕੇ ਵਾਲੇ ਆਉਂਦੀ ਹੈ, ਡਰ ਲੱਗਦਾ ਬਸ। ਤੇ ਜਿਸ ਖਾਣ ਪੀਣ ਦੀ ਗੱਲ ਕੀਤੀ ਗਈ ਹੈ, ਉੱਥੇ ਖਾਣਾ ਪੀਣਾ ਨਹੀਂ ਮਿਲਿਆ ਸੀਗਾ, ਇੱਕ ਟਾਈਮ ਮਿਲਦਾ ਪਿਆ ਸੀਗਾ, ਤੁਹਾਡੇ ਦਿਲ ਤੇ ਕੀ ਗੁਜ਼ਰਦੀ ਸੀ ਉਸ ਟਾਈਮ? ਹਾਂਜੀ ਸਾਡਾ ਆਪਣਾ ਖਾਣਾ ਪੀਣਾ ਛੁੱਟਿਆ ਹੈ, ਅਸੀਂ ਦੇਖ ਕੇ ਬੱਚਾ ਭੁੱਖਾ ਹੈ ਬੈਠਾ। ਤੇ ਹੁਣ ਬੱਚਾ ਤੁਹਾਡਾ ਕਦ ਆਇਆ ਇੱਥੇ ਵਾਪਸ? ਹਾਂਜੀ ਕੱਲ੍ਹ ਆਇਆ। ਕੱਲ ਆਇਆ। ਤੇ ਜਿਹੜੇ ਹਾਲਾਤ ਸੀਗੇ ਉਹਦੇ ਆਉਣ ਦੇ ਵੇਲੇ ਦੇਖਿਆ ਗਿਆ ਜੀ, ਕਿਹਦੇ ਵੱਲੋਂ ਸਰਕਾਰ ਵੱਲੋਂ ਭੇਜਿਆ ਗਿਆ ਇੱਥੇ ਵਾਪਸ ਬੁਲਾਇਆ ਗਿਆ ਹੈ? ਹਾਂਜੀ ਸਰਕਾਰ ਨੇ ਬਹੁਤ ਮਦਦ ਕੀਤੀ ਹੈ। ਹਾਂਜੀ ਸਰਕਾਰ ਨੇ ਬਹੁਤ ਮਦਦ ਕੀਤੀ ਹੈ, ਉਹਨਾਂ ਦਾ ਥੈਂਕ ਯੂ, ਬਹੁਤ ਜੀ। ਧੰਨਵਾਦ। ਹੁਣ ਲੜਾਈ ਤੋਂ ਬਾਅਦ ਅਗਰ ਬਾਈ ਚਾਂਸ ਦੁਬਾਰਾ ਮਿਲਦੇ ਆ ਤੁਹਾਡੇ ਬੱਚੇ ਨੂੰ ਬਾਹਰ ਜਾਣ ਦੇ, ਕੀ ਤੁਸੀਂ ਬੱਚਾ ਆਪਣਾ ਬਾਹਰ ਦੁਬਾਰਾ ਭੇਜੋਗੇ? ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਲੋਕੀ ਜਿਹੜੇ ਹੁਣ ਵੀ ਪੜ੍ਹਾਈ ਵਾਸਤੇ ਬੱਚਿਆਂ ਨੂੰ ਭੇਜ ਰਹੇ ਨੇ, ਹਜੇ ਵੀ ਭੇਜ ਰਹੇ ਨੇ, ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ? ਮੈਂ ਤਾਂ ਕਹਿੰਦੀ ਹਾਂ ਵੀ ਇੱਥੇ ਹੀ ਯੂਨੀਵਰਸਿਟੀ ਕੋਈ ਬਣਾਉਣ ਇਸ ਤਰ੍ਹਾਂ ਦੀ, ਬੱਚੇ ਬਾਹਰ ਹੀ ਨਾ ਜਾਣ, ਮਾਂ ਬਾਪ ਤੋਂ ਦੂਰ ਹੀ ਨਾ ਹੋਣ। ਬੱਚਾ ਆਇਆ ਹੈਗਾ ਯੂਕਰੇਨ ਤੋਂ, ਬੱਚਾ ਆਇਆ, ਔਰ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬੱਚੇ ਨੇ ਆ ਕੇ ਦੱਸੇ ਆ ਤੁਹਾਨੂੰ ਆ ਕੇ ਵੀ ਤੁਹਾਡੇ ਲਈ ਸਰਕਾਰ ਵੱਲੋਂ ਤੁਸੀਂ ਇਸ ਵੇਲੇ ਬੀਜੇਪੀ ਦੇ ਮੇਨ ਲੁਧਿਆਣੇ ਵਿੱਚ ਚੁਣੇ ਗਏ ਹੋ, ਤੇ ਜਿਹੜਾ ਸਰਕਾਰ ਵੱਲੋਂ ਕਾਫੀ ਹੈਲਪ ਕੀਤੀ ਗਈ ਹੈ, ਬੱਚੇ ਫਸੇ ਹੋਏ ਸੀਗੇ, ਹਾਲਾਤ ਮਾੜੇ ਸੀਗੇ, ਤੁਸੀਂ ਅੱਜ ਚੰਦਰ ਨਗਰ ਆਏ ਹੋ, ਕੀ ਕਹਿਣਾ? ਸ਼ੁਭਮ ਦੇ ਘਰ ਅਸੀਂ ਪਹੁੰਚੇ ਆ। ਇਹ ਬੱਚਾ ਕੀਵ ਦੇ ਵਿੱਚ ਸੀ, ਯੂਕਰੇਨ ਦੇ ਵਿੱਚ ਜਿਹੜੀ ਰਾਜਧਾਨੀ ਹੈ, ਉੱਥੋਂ ਅੱਜ ਵਾਪਸ ਆਇਆ, ਵਾਰਮ ਵੈਲਕਮ ਕੀਤਾ। ਇਹਨੇ ਦੱਸਿਆ ਜਿੱਦਾਂ ਸ਼ੁਭਮ ਨੇ, ਹਾਲਾਤ ਬੜੇ ਖਰਾਬ ਸੀਗੇ ਕਿਉਂਕਿ ਬੰਬਾਰੀ ਲਗਾਤਾਰ ਬੰਬਾਰੀ ਹੋ ਰਹੀ ਹੈ, ਯੁੱਧ ਚੱਲ ਰਿਹਾ ਦੇਸ਼ 'ਚ। ਪਰ ਭਾਰਤ ਸਰਕਾਰ ਮੋਦੀ ਸਾਹਿਬ ਦੇ ਅਗਵਾਈ ਦੇ ਵਿੱਚ ਸਾਡੀ ਸਰਕਾਰ ਨੇ ਬਹੁਤ ਅੱਛਾ ਕੰਮ ਕੀਤਾ। ਕੁਝ ਬੱਚੇ ਰਹਿ ਗਏ ਆ, ਜਦ ਤੱਕ ਇੱਕ ਬੱਚਾ ਅਸੀਂ ਘਰ ਲੈ ਨਹੀਂ ਆਉਂਦੇ, ਘਰ ਤੱਕ ਪਹੁੰਚਾ ਨਹੀਂ ਪਾਉਂਦੇ ਭਾਰਤ ਦੇਸ਼ ਦੇ ਵਿੱਚ ਹਰ ਕੋਨੇ ਦੇ ਵਿੱਚ, ਤਦ ਤੱਕ ਅਸੀਂ ਸਬਰ ਨਹੀਂ ਕਰਾਂਗੇ। ਤੇ ਦੂਜੀ ਗੱਲ, ਜਿਹੜੇ ਲੋਕ ਅੱਜ ਸੋਸ਼ਲ ਮੀਡੀਆ ਤੇ ਗਲਤ ਵੀਡੀਓ ਵਾਇਰਲ ਕਰ ਰਹੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ, ਦੇਸ਼ ਦਾ ਸਵਾਲ ਹੈ। ਤਿਰੰਗੇ ਨੂੰ ਤੁਸੀਂ ਦੇਖੋ, ਅੱਜ ਤਿਰੰਗੇ ਦੀ ਪਾਵਰ ਪਾਕਿਸਤਾਨ ਦੇ ਬੱਚੇ, ਈਰਾਨ ਦੇ ਬੱਚੇ ਪਾਕਿਸਤਾਨ ਦਾ ਝੰਡਾ ਲਗਾ ਕੇ ਉੱਥੋਂ ਬਾਹਰ ਨਿਕਲ ਰਹੇ ਆ, ਤੇ ਇਹ ਤਿਰੰਗੇ ਦੀ ਪਾਵਰ ਹੈ, ਇਹ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਹੋ ਸਕਦੀ ਹੈ। ਮੈਂ ਬੇਨਤੀ ਕਰਾਂਗਾ ਕਿ ਆਪਾਂ ਸਾਰੇ ਰਲ ਮਿਲ ਕੇ ਆਪਣੇ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾਈਏ। ਜਿਹੜੇ ਬੱਚੇ ਉੱਥੇ ਰਹਿ ਗਏ ਆ ਉਹਨਾਂ ਨੂੰ ਆਪਾਂ ਬਾਹਰ ਕੱਢਣਾ, ਗਲਤ ਵੀਡੀਓ ਪਾ ਕੇ ਕਈ ਵਾਰੀ ਗਲਤ ਸੰਦੇਸ਼ ਚੱਲ ਜਾਂਦਾ। ਤੇ ਮੈਂ ਧੰਨਵਾਦ ਕਰਦਾ ਚਾਰੋਂ ਮੰਤਰੀ, ਕੇਂਦਰੀ ਮੰਤਰੀ ਜਿਹੜੇ ਉੱਥੇ ਬੈਠੇ ਹੋਏ ਆ, ਆਪਣਾ ਸਾਰਾ ਛੱਡ ਕੇ ਉਹਨਾਂ ਨੂੰ ਇੱਕ ਸਿਰਫ ਉਹਨਾਂ ਦੇ ਮਨ 'ਚ ਇੱਕ ਹੈ ਕਿ ਆਪਣਾ ਬੱਚਾ ਘਰ ਤੱਕ ਲੈ ਕੇ ਜਾਈਏ। ਇਸ ਗੱਲ ਦੀ ਮੈਂ ਸਰਾਹਨਾ ਕਰਦਾ ਵੀ ਭਾਰਤੀ ਜਨਤਾ ਪਾਰਟੀ ਹੈ ਤਾਂ ਹੈ, ਪਰ ਕਾਂਗਰਸੀ ਵੀ ਅੱਜ ਬਿਆਨਬਾਜ਼ੀ ਬੜੀ ਕਰ ਰਹੇ ਆ। ਰਾਹੁਲ ਗਾਂਧੀ ਜੀ ਵੀ ਬਿਆਨਬਾਜ਼ੀ ਕਰ ਰਹੇ ਆ, ਪਰ ਆਪਣੇ ਫਾਰਮ ਹਾਊਸਾਂ 'ਚ ਬੈਠ ਕੇ ਨਾ ਬੈਠੋ। ਫਾਰਮ ਹਾਊਸਾਂ 'ਚ ਅੱਜ ਤੁਹਾਨੂੰ ਨਿਕਲਣਾ ਚਾਹੀਦਾ ਸੀ, ਬੱਚਿਆਂ ਦੇ ਘਰਾਂ 'ਚ ਜਾਣਾ ਚਾਹੀਦਾ ਸੀ, ਨਹੀਂ ਗਏ। ਤੇ ਉਹਨਾਂ ਦੀ ਇਹੀ ਫਰਕ ਤੇ ਭਾਰਤੀ ਜਨਤਾ ਪਾਰਟੀ ਕਾਂਗਰਸ 'ਚ। ਗੁਰਜਾ ਜੀ, ਇੱਕ ਵੀਡੀਓ ਵੀ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਲੜਕੀਆਂ ਦੇ ਨਾਲ ਕੁਝ ਛੇੜਖਾਨੀ ਦਾ ਮਾਮਲਾ ਵੀ ਆਇਆ ਸੀਗਾ, ਮਿਲਟਰੀ ਵਾਲੇ ਉਧਰ ਦੀ ਜਿਹੜੀ ਸਰਕਾਰ। ਉਹ ਸ਼ੁਭਮ ਨੇ ਦੱਸਿਆ ਕੁਝ ਬਾਰਡਰਾਂ ਦੇ ਵਿੱਚ ਜਦੋਂ ਜ਼ਿਆਦਾ ਬੱਚੇ ਇਕੱਠੇ ਹੋ ਜਾਂਦੇ, ਕੁਝ ਪ੍ਰੋਬਲਮ ਆ ਜਾਂਦੀ ਆ, ਪਰ ਉਹ ਕਹਿੰਦਾ ਵੀ ਮੈਨੂੰ ਇਦਾਂ ਦਾ ਦੇਖਣ ਨੂੰ ਕੁਝ ਨਹੀਂ ਮਿਲਿਆ। ਤੇ ਅਸੀਂ ਤਾਂ ਕਹਾਂਗੇ ਕਈ ਵਾਰੀ ਨਾ ਸੋਸ਼ਲ ਮੀਡੀਆ ਤੇ ਇਹੋ ਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਜਿਹਦਾ ਤੱਤ ਪ੍ਰਮਾਣਿਤ ਨਹੀਂ ਹੁੰਦੀਆਂ, ਪਰ ਮੈਂ ਫਿਰ ਇਹ ਗੱਲ ਕਹੂੰਗਾ ਜੇ ਕੋਈ ਗਲਤੀ ਹੋਈ ਹੈ ਤੇ ਉਹ ਸਰਕਾਰ ਯੂਕਰੇਨੀ ਨੂੰ ਜ਼ਿੰਮੇਵਾਰ ਹੈ ਇਸ ਚੀਜ਼ ਦੀ, ਪਰ ਅਸੀਂ ਆਪਣੇ ਜਿਹੜਾ ਦਾਇਤਵ ਸੀਗਾ, ਅਸੀਂ ਆਪਣਾ ਫਰਜ਼ ਉਹ ਨਿਭਾਇਆ। ਠੀਕ ਹੈ। ਔਰ ਸਰਕਾਰ ਦਾ ਜਿਹੜਾ ਸੈਂਟਰ ਗਵਰਨਮੈਂਟ ਨੇ ਫਰਜ਼ ਨਿਭਾਇਆ ਜੀ, ਜੇ ਤਾਂ ਹੀ ਅੱਜ ਬੱਚੇ ਕੁਸ਼ਲ ਸੁਰੱਖਿਅਤ ਹੋ ਕੇ ਆਪਣੇ ਘਰਾਂ 'ਚ ਪਹੁੰਚ ਰਹੇ ਆ। ਤੇ ਕੁਝ ਬੱਚੇ ਜਿਹੜੇ ਫਸੇ ਹੋਏ ਨੇ ਉਹਨਾਂ ਦੀ ਘਰ ਇੱਕ ਬੱਚਾ ਘਰ ਲੈ ਕੇ ਆਵਾਂਗੇ, ਛੱਡਦੇ ਕੋਈ ਨਹੀਂ ਜੀ। ਰਸ਼ੀਆ ਤੋਂ ਵੀ ਅਸੀਂ ਬਾਰਡਰ ਤੋਂ ਕਲੀਅਰ ਕਰਾ ਰਹੇ ਹਾਂ ਤਾਂ ਜੋ ਬੱਚੇ ਆਪਣੇ ਘਰ ਤੱਕ ਆ ਸਕਣ। मेरा नाम चाहत नांगला है और मैं टर्नोपिल नेशनल मेडिकल यूनिवर्सिटी की स्टूडेंट हूँ और मैं सेकंड ईयर में हूँ अभी। और जैसे ही हमारा सेकंड ईयर सेशन स्टार्ट हुआ दिसंबर में,
तो सॉरी फेब में। तो ऐसे ही ये वॉर का सिलसिला चलने लगा। एक्चुअली ये वॉर का कुछ 1 महीना पहले ही था, जब हमारी छुट्टियां चल रही थी। किसी ने हमें कोई गाइडेंस नहीं दी, ना हमारी एम्बेसी वालों ने हमें बोला कि हमें कहाँ जाना चाहिए, हमें ये देश छोड़ना चाहिए या नहीं छोड़ना चाहिए। किसी भी तरह की कोई अपडेट नहीं आई थी। बस यही बोला जाता था हमें यूनिवर्सिटी की तरफ से भी कि आप लोग सेफ़ हो, आपको किसी चीज़ की चिंता करने की ज़रूरत नहीं है। बाकी अगर किसी ने जाना है तो वो अपनी रिस्पॉन्सिबिलिटी पे जा सकता है। और उस टाइम टिकट्स भी ऐसी थी कि जो बच्चे अफोर्ड कर पा रहे थे वो चले गए, जो नहीं कर पा रहे थे वो नहीं गए। 80,000 की टिकट्स थी और इमरजेंसी में तो 1,25,000 ऐसे कुछ टिकट्स मिल रही थी, जो जाना मुझे नहीं लगता कि किसी के बच्चे के लिए पॉसिबल था उस टाइम पे। तो हमारी क्लासेस का भी ऐसा था कि अगर एक भी हम छुट्टी करते हैं तो हमें उसका फ़ाइन दे के और क्लास पूरी कंप्लीट करनी पड़ती थी। हमने टीचर्स को, यूनिवर्सिटी को बहुत सारे मेल डाले कि हमें प्लीज़ आप कुछ टाइम के लिए क्लास ऑनलाइन कर दो ताकि हम घर चले जाएं, थोड़ा सेफ़ फील करें, क्योंकि हम वहाँ सेफ़ फील नहीं कर रहे थे। रोज़ कोई ना कोई न्यूज़ हमें मिल जा रही थी जिससे हम बहुत डर जाते थे डेली कि आगे क्या करेंगे, आगे क्या होगा डेली। और एक दिन तो अचानक से हमारी जैसे 1-2 क्लासेस हुई, उसके बाद हमें सुबह सुबह क्या बोलते न्यूज़ मिलती है कि कीव में बॉम्बार्डिंग हो रही है। तो उस टाइम हमारी इतनी ज़्यादा गंदी कंडीशन थी कि हम समझ में नहीं आ रहा था हम अभी कैसे क्या करें, हम घर जाएं, घर वालों को बताएं कैसे करें, घर जाना सेफ़ होगा अभी कि नहीं होगा। फिर उस टाइम पे हमने यूनिवर्सिटी वालों को बोला कि सर हमें अभी भी बताओ हमें जाना चाहिए कि नहीं, पर उन्होंने बोला कि नहीं अभी आप ऑनलाइन क्लास करो। उस टाइम पे भी वहाँ कीव में इतनी बुरी हालत थी, उस टाइम पे भी हमारी क्लास ली जा रही थी टर्नोपिल में। तो हम उस टाइम समझ में नहीं आ रहा था हम क्लास करें, घर वालों के कॉल्स आ रहे थे, घर वालों से बात करें, क्या करें, क्लास अटेंड करनी है, नहीं कर रहे थे तो टीचर बोल रहे थे आप लोगों की एब्सेंट लगा दी जाएगी। कुछ टीचर्स थे जो हमारे साथ कोऑपरेट भी किए, उन्होंने बोला ठीक है आप 10-15 मिनट क्लास लगा लो, उसके बाद हम क्लास जल्दी फ्री कर देंगे। जब ये जंग शुरू हुई तब हालात कैसे रहे स्टूडेंट के? जब ये जंग शुरू हुई तो बच्चों ने तो ऐसा सोचा कि हम यहाँ बिल्कुल सेफ फील नहीं कर रहे हैं। उन्होंने यूनिवर्सिटी को मेल डालना स्टार्ट कर दिया कि सर अभी तो हमें एटलीस्ट निकाल दो, आप अभी तो हमें निकाल दो। पर उस टाइम पे भी टिकट्स के प्राइस बहुत हाई थे, बहुत ज़्यादा हाई थे। और बच्चों ने फिर खुद, क्योंकि यूनिवर्सिटी से कोई वो नहीं हो रहा था कि आप निकलो, वो तब भी हमारी क्लास ले रहे थे, बोलते कि ऑनलाइन क्लास कर लो। पर फिर बच्चों ने सोचा कि नहीं अब नहीं रह सकते यहाँ पे। तो हमने क्या करा, धीरे धीरे जो हमारे सीनियर्स थे उन्होंने प्राइवेट बसेस करना स्टार्ट कर दी कि हम किसी बॉर्डर के थ्रू, सुना था हमने कि बच्चे जा रहे हैं, तो हमने सोचा पहले कि पोलैंड के बॉर्डर पे जाते हैं। तो पोलैंड के बॉर्डर की कंडीशन बहुत बुरी थी, बच्चे जो 6-6 दिन के भी आए हुए वो भी नहीं गए हुए थे वहाँ से। तो हमने सोचा कि फिर शायद हंगरी और या ये रोमानिया बॉर्डर के पास चले जाते हैं। तो रोमानिया थोड़ा पास में भी लगा और थोड़ा लगा कि शायद वहाँ पे ठीक हो जाएगा। पर जैसे ही हम बस से जा रहे थे तो वहाँ हमें बस में भी कॉल बच्चों की आ रही थी जो ऑलरेडी रोमानिया बॉर्डर पे थे। वो हमें बोलते हैं कि आप लोग जैसे भी हो प्लीज़ यहाँ से वापस चले जाओ, रोमानिया बॉर्डर की हालत बहुत गंदी हो चुकी है, बच्चों को बिल्कुल भी जाने नहीं दिया जा रहा है यहाँ से। तो पर फिर भी हमने सोचा कि अगर हम यहाँ से अगर वापस चले गए तो शायद क्या पता हम वहीं पे रह जाएं, क्या पता वापस आ पाए नहीं आ पाए, क्योंकि उस टाइम पे भी सायरन वगैरह रोज़ बजते थे, रोज़ हमें बंकरों में जाना पड़ता था। तो इसीलिए हमने ये आइडिया बिल्कुल कैंसिल कर दिया कि हम वापस नहीं जाएंगे, हम बॉर्डर पार करके एकदम चले जाएंगे। बिल्कुल नहीं ये सोचा कि हम वापस आएंगे, हमें लगा कि अगर वापस आने लगेंगे तो वो हमारी बेवकूफ़ी होगी। पर फिर भी हम गए, हमने देखा बॉर्डर पे जब गए तो वहाँ बहुत गाड़ियों की लाइन लगी हुई है यूक्रेनियंस की, और कुछ बच्चों के स्टूडेंट्स की बसेस की लाइन लगी हुई है जो अभी तक कुछ 15-20 किलोमीटर दूर ही थे बिल्कुल बॉर्डर से। तो हमें बस वालों ने उतार दिया कि हम इसके आगे नहीं जा सकते, इसके आगे आप खुद जा सकते हो तो जाओ, हमारी कोई रिस्पॉन्सिबिलिटी नहीं है, आप बस से उतर जाओ। हमने उनको बोला कि भैया बहुत ठंड है बाहर, सर हमें आप प्लीज़ थोड़ा जा तो बस में रहने दो या हमें थोड़ी थोड़ी देर लेके आगे चले जाने दो। हमने बोला कि आप जितने पैसे चाहिए हम सब बच्चे थोड़े थोड़े करके आपको दे रहे, पर उन्होंने साफ मना कर दिया कि मैं नहीं जा सकता, मुझे भी खतरा है। फिर हम बच्चों ने सारे बैग उतारे अपने और हम 15-20 किलोमीटर पैदल चल के गए, बिल्कुल 15-20 किलोमीटर। वहाँ पे इतनी भीड़ हुई थी, इतनी ज़्यादा भीड़, इतनी थोड़ी थोड़ी जगह में जहाँ भी हमें जगह मिलती थी वहाँ से घुस घुस के जाना पड़ रहा था, क्योंकि गाड़ियों ने सारी जगह ले ली थी जो यूक्रेनियंस की गाड़ियाँ थी।
तो फिर हम जब बॉर्डर पे गए तो बहुत बुरी कंडीशन थी। बच्चे तो मतलब ऐसे थे, कुछ बच्चे रो रहे हैं, उनको देख के हमें लगा कि नहीं हम तो शायद पार कर लेंगे, कि ये रो रहे हैं, हम तो अभी आए, हमें ताकत है, हम आगे जाएंगे तो हम कर लेंगे। पर वहाँ पे जैसे हम घुसने की कोशिश कर रहे थे, वो बिल्कुल आगे नहीं जाने दे रहे थे। जो यूक्रेनियंस की गाड़ियाँ थी उनको प्रेफरेंस दी जा रही थी कि आप लोग आगे जाओ, और जो यूक्रेनियंस की गाड़ियाँ जा रही थी उनमें जो 5 सेकंड का टाइम मिल रहा था, बच्चे उसमें से घुसने की कोशिश कर रहे थे कि क्या पता हमें हमारा लक हो कि हम निकल जा सके यहाँ से, बस ऐसे ऐसे करके। पर वहाँ पे इतनी बुरी कंडीशन थी, हम लड़कियों के बाल खींच दिए जा रहे थे, आर्मी वालों ने पैरों से मारा, हमें मुक्कों से मारा, ऐसे ऐसे करके हमारे मतलब बहुत बुरा कंडीशन था। जो गन का पिछला हिस्सा होता है वुडन का, वो मारा बच्चों को, और पेपर स्प्रे का यूज़ किया, जिससे कुछ बच्चे बेहोश भी हुए। वहाँ पे खाने पीने की व्यवस्था थी वहाँ पे? वहाँ कोई खाने पीने की व्यवस्था नहीं थी, कोई किसी भी तरह की व्यवस्था नहीं थी। बॉर्डर पर कितने दिन रुके आप? बॉर्डर पर हमने 2 दिन निकाले हैं। हमें पता था कि वहाँ पे, क्योंकि हमारे पहले भी बच्चे थे ना, हमारे दोस्त वहाँ पे, तो हमने सोचा कि कुछ लेके जाते हैं। उन्होंने बोला कि अगर जाना है, सच में जाना है तुम लोगों को, तो कुछ खाने पीने का लेके आना, यहाँ कुछ नहीं मिल रहा है। तो वो हम सब अपना खुद का कुछ 1-2 दिन के लिए पैक करके गए थे कि क्या पता 1-2 दिन हो या 1-2 दिन से ज़्यादा भी टाइम लग सकता है, तो उस हिसाब से हम पैक करके गए थे। ਜਦੋਂ ਬੰਬਾਰਡਮੈਂਟ, ਜਦੋਂ ਰਸ਼ੀਆ ਦੇ ਜਹਾਜ਼ ਇਹਦੇ ਯੂਕਰੇਨੀਅਨ ਬਾਰਡਰ ਤੇ ਐਂਟਰ ਕਰਦੇ ਸੀ ਨਾ, ਤੇ ਸਾਡੀ ਸਿਟੀਜ਼ ਦੇ ਵਿੱਚ ਇਦਾਂ ਦਾ ਸਿਸਟਮ ਸੀ ਕਿ ਸਾਇਰਨ ਵੱਜਦਾ ਸੀਗਾ, ਤੇ ਸਾਇਰਨ ਵੱਜਦੇ ਹੀ ਸਾਨੂੰ ਮਤਲਬ ਇਹ ਹੋ ਗਿਆ ਸੀ ਕਿ ਸਾਇਰਨ ਜਿੱਦਾਂ ਹੀ ਵੱਜਣਾ ਆਪਾਂ ਦੌੜ ਕੇ ਨੀਚੇ ਜਾਣਾ ਹੈ। ਨੀਚੇ ਸ਼ੈਲਟਰਸ ਬਣੇ ਹੋਏ ਆ, ਉੱਥੇ ਜਾਣਾ ਹੈ। ਉੱਥੇ ਬੈਠ ਕੇ ਸਾਨੂੰ ਨਹੀਂ ਪਤਾ ਸਾਨੂੰ ਉੱਥੇ 1 ਦਿਨ ਲੱਗ ਜੇ, 2 ਦਿਨ ਲੱਗ ਜੇ, ਬਿਨਾਂ ਕੁਛ ਖਾਦੇ, ਬਿਨਾਂ ਅਸੀਂ 2 ਦਿਨ ਵੀ ਸ਼ੈਲਟਰ ਦੇ ਵਿੱਚ ਕੱਢੇ ਆ। ਉੱਥੇ ਟੈਂਪਰੇਚਰ ਮਾਈਨਸ ਵਿੱਚ -11 -15 ਇੱਦਾਂ ਦੇ ਟੈਂਪਰੇਚਰ, ਨੀਚੇ ਕੋਈ ਹੀਟਰ ਨਹੀਂ ਸੀਗਾ, ਕੋਈ ਕੁਛ ਨਹੀਂ ਸੀਗਾ। ਸਾਰੀ ਰਾਤ ਉੱਥੇ ਇੱਦਾਂ ਹੀ। ਅਜੇ ਵੀ ਮੇਰੇ ਖਿਆਲ ਨਾਲ ਕੁਛ 4000 2000 ਮੇ ਵੀ ਇਤਨਾ ਅਪਰੋਕਸ ਸਟੂਡੈਂਟ ਉੱਥੇ ਫਸਿਆ ਪਿਆ ਹੈ। ਖਾਰਕੀਵ ਦੇ ਵਿੱਚ ਬਹੁਤ ਸਟੂਡੈਂਟ ਜਿਹੜਾ ਹੈਗਾ ਹੈ ਉਹ ਬਚਿਆ ਪਿਆ ਹੈ। ਮੈਂ ਤਾਂ ਬਸ ਇਹੀ ਕਹਿੰਦੀ ਹੈ ਇੰਡੀਆ ਦੀ ਗਵਰਨਮੈਂਟ ਨੂੰ ਕਿ ਪਲੀਜ਼ ਉਹਨਾਂ ਬੱਚਿਆਂ ਨੂੰ ਉੱਥੋਂ ਨਿਕਾਲਿਆ ਜਾਵੇ, ਪਲੀਜ਼। ਉਹ ਬੱਚੇ ਬਹੁਤ ਜ਼ਿਆਦਾ ਮੁਸ਼ਕਿਲ ਵਿੱਚ ਹੈ, ਬਹੁਤ ਜ਼ਿਆਦਾ ਮੁਸ਼ਕਿਲ ਵਿੱਚ ਹੈ। ਅਸੀਂ ਬਾਰਡਰ ਕ੍ਰੋਸ ਕੀਤਾ ਹੈ, ਸਾਨੂੰ ਪਤਾ ਆਪਾਂ ਕਿੱਦਾਂ ਦੇ ਹਾਲਾਤ ਵਿੱਚ ਕੀਤਾ ਹੈ। ਉਹਨਾਂ ਨੂੰ ਪੁਤਿਨ ਨੇ ਸੁਣਨ ਵਿੱਚ ਆਇਆ ਕਿ ਪੁਤਿਨ ਨੇ 6 ਘੰਟੇ ਲਈ ਕੁਛ ਵੋਰ ਜਿਹੜੀ ਉਹ ਰੋਕ ਦਿੱਤੀ ਹੈ ਕਿ ਇੰਡੀਆ ਦੇ ਸਟੂਡੈਂਟਸ ਹੈ ਜਿਹੜੇ ਉਹ ਉੱਥੋਂ ਕੱਢੇ ਜਾਣ। ਪਰ ਪਲੀਜ਼ ਇੰਡੀਅਨ ਗਵਰਨਮੈਂਟ, ਪਲੀਜ਼ ਡੂ ਸਮਥਿੰਗ ਫॉर देम।